ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਨਾਮਵਰ ਕ੍ਰੈਡਿਟ ਕਾਉਂਸਲਰ ਅਰਵਿੰਦਰ ਸਿੰਘ ਕਲਸੀ ਜੀ ਨਾਲ। ਇਹ ਸਾਡੇ ਨਾਲ ਸਾਂਝ ਪਾਉਣਗੇ ਕਿ ਜਿਹੋ ਜਿਹੀ ਇਕੋਨਮੀ ਇਸ ਸਮੇਂ ਸਾਡੇ ਸਾਹਮਣੇ ਆਈ ਹੋਈ ਹੈ ਅਤੇ ਜੋ ਕੁਝ USA ਵਿੱਚ ਚੱਲ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਕੈਨੇਡਾ ਵਿੱਚ ਰਹਿੰਦੇ ਹੋਏ ਅਸੀਂ ਲੋਕਾਂ ਨੂੰ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਉਂਕਿ ਜਦੋਂ ਇਕੋਨਮੀ ਠੀਕ ਨਹੀਂ ਹੁੰਦੀ ਤਾਂ ਉਸ ਨਾਲ ਕੀ ਹੁੰਦਾ ਕਿ ਬਰਡਨ ਪੈ ਜਾਂਦਾ ਸਾਡੇ ਉੱਤੇ ਅਤੇ ਸਟ੍ਰੈਸ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਯਾਨੀ ਕਿ ਫਾਈਨੈਂਸ਼ੀਅਲ ਸਟ੍ਰੈਸ ਕਾਫੀ ਜ਼ਿਆਦਾ ਹੋ ਜਾਂਦੀ ਹੈ। ਇਸ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਘਰਾਂ 'ਚ ਆਉਂਦੀਆਂ ਨੇ ਅਤੇ ਘਰਾਂ ਜਦੋਂ ਆਉਣਗੀਆਂ ਤਾਂ ਸਮਾਜ ਵਿੱਚ ਉਹ ਚੀਜ਼ਾਂ ਸਾਹਮਣੇ ਜ਼ਾਹਰ ਹੁੰਦੀਆਂ ਨੇ। ਆਓ ਅੱਜ ਗੱਲਬਾਤ ਕਰੀਏ ਕਿ ਫਾਈਨੈਂਸ਼ੀਅਲ ਸਟ੍ਰੈਸ ਜੋ ਹੈ ਕਿਵੇਂ ਅਸੀਂ ਕੰਟਰੋਲ ਕਰਨਾ ਹੈ ਅਤੇ ਜੋ ਆਉਣ ਵਾਲਾ ਸਮਾਂ ਹੈ ਉਸ ਵਿੱਚ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖੀਏ ਅਤੇ ਖਾਸ ਤੌਰ 'ਤੇ ਨੌਜਵਾਨ ਜਿਹੜੇ ਹਨ, ਕਿਉਂਕਿ ਜਿਹੜੇ ਸਟੈਟਿਸਟਿਕਸ ਆਏ ਉਹ ਕਾਫੀ ਗੰਭੀਰ ਨੇ ਕਿ ਸਟੈਟਿਸਟਿਕਸ ਦੇ ਵਿੱਚ ਇਹ ਦੱਸਿਆ ਗਿਆ ਕਿ ਯੂਥ ਅਨਇੰਪਲੋਇਮੈਂਟ ਜੋ ਹੈ ਉਹ ਆਮ ਜਨਤਾ ਨਾਲੋਂ ਡਬਲ ਹੈ। आओ इस बारे गलबात करिए अरविंदर सिंह कलसी नाल। जी आनो जी, वेलकम टू द प्रोग्राम। अरविंद जी, थैंक यू सो वेरी मच और सारिਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਜੀ ਸਰ, ਸੋ ਇਹ ਸਟੈਟਿਸਟਿਕਸ ਜਿਹੜੇ ਆਏ ਨੇ ਹੁਣ ਇਸ ਸਮੇਂ, ਜਿਸ ਤਰ੍ਹਾਂ ਤੁਸੀਂ ਹਮੇਸ਼ਾ ਹੀ ਪਿਛਲੇ 6-7 ਮਹੀਨਿਆਂ ਤੋਂ ਕਹਿੰਦੇ ਆ ਰਹੇ ਹੋ ਕਿ ਅਜੇ ਨਈਆ ਜਿਹੜੀ ਹੈ ਉਹ ਡਾਵਾਂ ਡੋਲ ਹੈ ਅਤੇ ਧਿਆਨ ਨਾਲ ਤੁਸੀਂ ਪ੍ਰੀਕਾਸ਼ਨਸ ਲੈ ਕੇ ਜੋ ਕੁਝ ਕਰਨਾ ਹੈ। ਅਤੇ ਹੁਣ ਜਿਹੜੇ ਸਟੈਟਿਸਟਿਕਸ ਵੀ ਅੰਕੜੇ ਜਿਹੜੇ ਆਏ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਖਾਸ ਤੌਰ 'ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਐਜ਼ ਕੰਪੇਅਰ ਟੂ ਦ ਨਾਰਮਲ ਜਿਹੜਾ ਰੇਟ ਆਫ ਅਨਇੰਪਲੋਇਮੈਂਟ ਹੈਗਾ ਕੈਨੇਡਾ ਵਿੱਚ ਉਸ ਨਾਲੋਂ ਤਕਰੀਬਨ ਡਬਲ ਹੈਗੀ ਹੈ। ਸੋ ਹੁਣ ਖਾਸ ਤੌਰ 'ਤੇ ਯੂਥ ਨੂੰ ਅਸੀਂ ਅੱਜ ਫੋਕਸ ਕਰਕੇ ਅਤੇ ਪੇਰੈਂਟਸ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਦੇਖੋ, ਇਹ ਬੜੀ ਅੱਛੀ ਗੱਲ ਤੁਸੀਂ ਕਹੀ ਕਿ ਸਟੈਟਸ ਦੀ ਗੱਲ ਹੈ। ਸਟੈਟਸ ਤੋਂ ਭਾਵ ਇਹ ਹੋਇਆ ਕਿ ਅਸੀਂ ਕੋਈ ਗੱਲ ਨੂੰ ਬਣਾ ਨਹੀਂ ਰਹੇ। ਇਹ ਏਡੀ ਵੱਡੀ ਸਾਰੇ ਸੈਟਅਪ ਦੇ ਵਿੱਚ ਬੜੀ ਰਿਸਰਚ ਹੁੰਦੀ ਹੈ ਔਰ ਬੜੀਆਂ ਰਿਸਰਚਸ ਤੋਂ ਬਾਅਦ ਕੁਝ ਨੰਬਰਸ ਰਿਲੀਜ਼ ਹੁੰਦੇ ਨੇ। ਇਸ ਵੇਲੇ ਕੈਨੇਡਾ ਦੀ ਜਿਵੇਂ ਅਨਇੰਪਲੋਇਮੈਂਟ ਹੈਗੀ ਹੈ ਰਫਲੀ 6 ਔਰ 7 ਦੇ ਵਿੱਚ ਫਿਰਦੀ ਪਈ ਹੈ, ਠੀਕ ਹੈ। ਪਰ ਸਟੈਟਸ ਇਹ ਕਹਿੰਦੇ ਨੇ ਕਿ ਜਿਹੜੀ ਯੰਗ ਬੰਦੇ ਨੇ 30 ਸਾਲ ਦੇ ਵਿੱਚ, 25 ਤੋਂ 30 ਸਾਲ 35 ਸਾਲ ਦੇ ਵਿੱਚ, ਉਹ ਲੋਕ ਆਲਮੋਸਟ ਡਬਲ ਅਨਇੰਪਲੋਇਡ ਹੈ, ਯਾਨੀ 15% ਦੇ ਕਰੀਬ ਅਨਇੰਪਲੋਇਮੈਂਟ ਹੈ। ਹੁਣ ਇਹਦਾ ਕੀ ਮਤਲਬ ਹੋਇਆ ਕਿ ਸਾਡੇ ਕੰਟਰੀ ਦੇ ਵਿੱਚ ਕੋਈ ਜੋਬਾਂ ਨਹੀਂ ਹੈ? ਨਹੀਂ, ਜੋਬਾਂ ਹੈਗੀਆਂ। ਕਈ ਜੋਬਾਂ ਐਸੀਆਂ ਜਿਹਦੇ ਲਈ ਸਪੈਸੀਫਿਕ ਤੁਹਾਡੀ ਕੁਆਲੀਫਿਕੇਸ਼ਨ ਦੀ ਲੋੜ ਹੈ। ਮੰਨ ਲਓ ਮੈਂ ਹੀ ਹਾਂ, ਮੈਂ 10ਵੀਂ ਕਲਾਸ ਪੜ੍ਹਿਆ, ਡਰੋਪ ਆਊਟ ਹਾਂ, ਮੈਂ ਲੇਬਰ ਜੋਬ ਤੇ ਸਾਰੀਆਂ ਕਰ ਸਕਦਾ ਪਰ ਮੈਂ IT ਜੋਬ ਨਹੀਂ ਕਰ ਸਕਦਾ, ਮੈਂ ਕੋਈ ਇੰਜੀਨੀਅਰਿੰਗ ਜੋਬ ਨਹੀਂ ਕਰ ਸਕਦਾ, ਮੈਂ ਆਇਲ ਇੰਡਸਟਰੀ 'ਚ ਕੰਮ ਨਹੀਂ ਕਰ ਸਕਦਾ। ਸੋ ਜਿਹੜੀਆਂ ਜੋਬਾਂ ਉੱਥੇ ਹੈ ਉਹਦੇ ਲਈ ਮੈਂ ਨਹੀਂ ਕੁਆਲੀਫਾਈ ਕਰਦਾ। ਜੇ ਮੈਂ ਨਹੀਂ ਕੁਆਲੀਫਾਈ ਕਰਾਂਗਾ ਤਾਂ ਓਬਵੀਅਸਲੀ ਮੈਂ ਅਨਇੰਪਲੋਇਮੈਂਟ ਦੀ ਲਾਈਨ 'ਚ ਲੱਗ ਗਿਆ। ਹੁਣ ਇਸ ਤਰ੍ਹਾਂ ਕਰਕੇ ਸਾਡੇ ਯੂਥ ਨੇ ਪਿੱਛੇ, ਯਾਨੀ ਸਾਡੇ ਵੀ ਕੰਟਰੀ 'ਚ ਥੋੜ੍ਹੀ ਜਿਹੀ ਕਮੀ ਰਹੀ ਕਿ ਅਸੀਂ ਪੜ੍ਹਾਈ ਵੱਲ ਬਹੁਤਾ ਖਿਆਲ ਨਹੀਂ ਕੀਤਾ ਕਿ ਬੱਚਿਆਂ ਨੂੰ ਅਸੀਂ ਇੰਸਪਾਇਰ ਕਰੀਏ ਕਿ ਬੇਟਾ ਹਾਇਰ ਐਜੂਕੇਸ਼ਨ। ਮੈਂ ਕਈ ਵਾਰੀ ਇਹ ਕਹਿੰਦਾ ਹੁੰਦਾ ਆਪਣੇ ਕਲਾਇੰਟਸ ਨੂੰ ਵੀ, ਮੰਨ ਲਓ ਮੈਂ ਇੱਕ ਟਰੱਕ ਡਰਾਈਵਰ ਹਾਂ, ਮੈਂ ਆਪਣੇ ਘਰ ਰੋਟੀ ਕਮਾ ਕੇ ਲਿਆਉਣਾ, 4,000 5,000 ਮੈਂ ਮਹੀਨੇ ਦਾ ਬਣਾਉਣਾ। ਉਧਰੋਂ ਮੇਰੀ ਵਾਈਫ ਵੀ ਫੈਕਟਰੀ 'ਚ ਕੰਮ ਕਰਦੀ ਹੈ। ਹੁਣ ਮੇਰੇ 3 ਬੱਚੇ ਨੇ, ਬੱਚੇ ਪੜ੍ਹ ਰਹੇ ਨੇ, ਸਕੂਲ ਜਾਂਦੇ ਨੇ। ਵੱਡਾ ਬੇਟਾ ਮੇਰਾ 10-12 ਸਾਲ ਦਾ, ਬੇਟੀ ਮੇਰੀ 14 ਸਾਲ ਦੀ ਹੈ। ਸੋ ਕਹਿਣ ਦਾ ਮੇਰਾ ਭਾਵ ਇਹ, ਮੈਂ ਮਿਸਾਲ ਕਿਉਂ ਦੇ ਰਿਹਾ ਕਿ ਹਰ ਘਰ ਦੀ ਮਿਸਾਲ ਹੈ। ਜੀ ਬਿਲਕੁਲ। ਜੇ ਤੇ ਮੈਂ ਸੋਚਾਂ ਕਿ ਮੈਂ ਤੇ ਆਪਣੀ ਗੇਮ ਖੇਡ ਬੈਠਾ, ਹੁਣ ਮੇਰੇ ਕੋਲ ਤੇ ਟਾਈਮ ਹੀ ਨਹੀਂ ਕਿ ਮੈਂ ਸਕੂਲ ਜਾਵਾਂ ਅਤੇ ਮੈਂ ਜਾ ਕੇ ਫਿਰ ਜਾ ਕੇ ਆਪਣੇ ਆਪ ਨੂੰ ਪੜ੍ਹ ਕੇ ਕਿਤੇ ਜਾਵਾਂ, ਪਰ ਕਮ ਸੇ ਕਮ ਮੇਰੇ ਕੋਲ ਇੱਕ ਓਪਰਚੁਨਿਟੀ ਹੈ ਕਿ ਮੈਂ ਆਪਣਾ ਸਾਰਾ ਧਿਆਨ ਆਪਣੇ ਬੱਚਿਆਂ 'ਚ ਲਾ ਦਾਂ। ਇਹਨਾਂ ਬੱਚਿਆਂ ਨੇ ਜਿਹੜਾ 8-10 ਸਾਲ ਬਾਅਦ ਜਾ ਕੇ ਜੋਬ ਮਾਰਕੀਟ ਲਈ ਰੈਡੀ ਹੋਣਾ ਹੈ, ਆਈ ਸ਼ੁੱਡ ਮੇਕ ਦੈਮ ਜੋਬ ਰੈਡੀ ਇਨ ਟਰਮਸ ਕਿ ਜੋ ਅਵੇਲੇਬਲ ਹੈ। ਇਹ ਨਹੀਂ ਕਿ ਬੇਟਾ ਮੈਂ ਟਰੱਕ ਚਲਾਉਣਾ ਅਤੇ ਤੂੰ ਵੀ ਟਰੱਕ 'ਤੇ ਆ ਜਾ ਮੇਰੇ ਨਾਲ। ਔਰ ਦਿਸ ਇਜ਼ ਸਮਥਿੰਗ ਵੈਰੀ ਸੈਡ ਕਿ ਬਹੁਤ ਸਾਰੀਆਂ ਫੈਮਲੀਆਂ ਇੰਝ ਕਰਦੀਆਂ। ਬਿਲਕੁਲ ਜੀ, ਸਾਡੀ ਉਹ ਮੈਂਟੈਲਿਟੀ ਜਿਹੜੀ ਹੈਗੀ ਉਹਦੇ ਵਿੱਚ ਇਹੀ ਹੈਗਾ ਕਿ ਚੱਲ ਬਈ ਪੈਸਾ ਬਣ ਰਿਹਾ, ਪਰ ਵੀ ਫੋਰਗੇਟ ਕਿ ਸਰਕਮਸਟੈਂਸਿਸ ਜਿਹੜੇ ਹੈਗੇ ਨੇ, ਖਾਸ ਤੌਰ 'ਤੇ ਇਹ ਸਾਰੀਆਂ ਚੀਜ਼ਾਂ ਬੇਸਡ ਔਨ ਦ ਇਕੋਨਮੀ ਹੈਗੀਆਂ ਨੇ। ਪਰ ਜੇਕਰ ਬੱਚਾ ਹਾਇਰ ਐਜੂਕੇਸ਼ਨ ਲੈ ਕੇ ਯੂਨੀਵਰਸਿਟੀ ਲੈਵਲ 'ਤੇ ਚਲੇ ਜਾਂਦਾ ਹੈ ਤਾਂ ਆਟੋਮੈਟਿਕਲੀ ਉਸਦੀ ਜਿਹੜੀ ਜੰਪ ਸਟਾਰਟ ਹੀ ਹੈਗੀ ਹੈ ਉਹ ਤੁਹਾਡੇ ਸਾਰੇ ਪਿਛਲਾ ਜਿਹੜਾ ਤੁਸੀਂ ਕੰਮ ਕੀਤਾ ਹੈ ਉਹਦੇ ਬਰਾਬਰ ਹੋ ਜਾਣਾ। ਬਿਊਟੀਫੁਲ। ਔਰ ਜੇ ਮੈਂ ਅੱਜ ਬੇਟਾ ਹੋਵਾਂ ਤਾਂ ਮੈਂ ਹਮੇਸ਼ਾ ਐਪਰੀਸ਼ੀਏਟ ਕਰਾਂਗਾ ਆਪਣੇ ਡੈਡ ਨੂੰ ਕਿ ਹੀ ਡਿਡ ਐਵਰੀਥਿੰਗ ਫॉर ਮੀ, ਕਿਉਂਕਿ ਜਿਹੜਾ ਮੈਨੂੰ ਉਹਨਾਂ ਨੇ ਕਿਕ ਸਟਾਰਟ ਦਿੱਤਾ। ਹੁਣ ਦੂਸਰੇ ਬੰਨੇ ਸਟੈਟਸ ਇਹ ਵੀ ਕਹਿੰਦੇ ਨੇ ਕਿ 30 ਐਂਡ ਅੰਡਰ, ਬੜੀ ਇਹ ਸੈਡ ਗੱਲ ਹੈ ਕਿ 30 ਸਾਲ ਤੋਂ ਥੱਲੇ ਜਿਹੜਾ ਨੌਜਵਾਨ ਹੈ, ਆਲਮੋਸਟ ਉਹ 'ਚ 40% ਬੱਚਾ ਜਿਹੜਾ ਹੈ ਉਹ LTD ਲੌਂਗ ਟਰਮ ਡਿਸੇਬਿਲਿਟੀ 'ਤੇ ਚਲਾ ਗਿਆ। ਉਹ ਕਾਹਦੇ ਲਈ? ਉਹ ਹੈਗੀ ਸਟ੍ਰੈਸ, ਫਾਈਨੈਂਸ਼ੀਅਲ ਸਟ੍ਰੈਸ, ਜੌਬ ਸਟ੍ਰੈਸ, ਅਨਇੰਪਲੋਇਮੈਂਟ ਸਟ੍ਰੈਸ। ਔਰ ਜਦੋਂ ਇਹ ਸਾਰੀਆਂ ਸਟ੍ਰੈਸਿਸ ਆਉਂਦੀਆਂ ਇਹਦੇ ਵਿੱਚ ਇੱਕ ਬੜਾ ਵੱਡਾ ਫੈਕਟਰ ਹੈ ਜਿਹੜਾ ਕੰਟਰੀਬਿਊਟ ਕਰਦਾ ਹੈ, ਉਹ ਕੀ ਹੈ? ਡਰੱਗਸ। ਕਿਉਂਕਿ ਜਦੋਂ ਮੈਨੂੰ ਕੋਈ ਜੌਬ ਨਹੀਂ, ਮੈਂ ਬੜਾ ਦਰ ਧੱਕੇ ਖਾ ਰਿਹਾ,
ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਮੇਰੇ ਜਿਹੜੇ ਪੀਅਰਸ ਨੇ ਯਾਨੀ ਮੇਰੇ ਆਲੇ ਦੁਆਲੇ ਦੇ ਲੋਕ ਨੇ ਉਹ ਮੈਨੂੰ ਕਹਿੰਦੇ ਨੇ ਕਿ ਛੋਟੀ ਜਿਹੀ ਪੂੜੀ ਮੂੰਹ ਚ ਪਾ ਲਾ ਸਭ ਠੀਕ ਹੋ ਜਾਣਾ, ਠੀਕ, ਜਾਂ ਥੋੜਾ ਜਿਹਾ ਮਿਰਵਾਨਾ ਲੈ ਲਾ, ਇਹਦੇ ਨਾਲ ਤੈਨੂੰ ਦੁਨੀਆ ਹੀ ਹੋਰ ਨਜ਼ਰ ਆਉਣੀ। ਪਰ ਉਹ ਜਿਹੜਾ ਇੱਕ ਥੋੜੀ ਦੇਰ ਦਾ ਕੰਮ ਹੈ ਨਾ, ਉਹ ਹੌਲੀ ਹੌਲੀ ਮੈਨੂੰ ਹੋਰ ਡਿਪਰੈਸ਼ਨ ਡੀਪ ਚ ਲੈ ਜਾਂਦਾ ਹੈ। ਕਿਉਂਕਿ ਲੋੜ ਸਾਨੂੰ ਕੀ ਹੁੰਦੀ ਹੈ ਕਿ ਕੋਈ ਮੇਰੀ ਬਾਂਹ ਫੜੇ, ਮੈਨੂੰ ਕੋਲ ਬਿਠਾਵੇ, ਮੈਨੂੰ ਸਮਝਾਵੇ ਔਰ ਮੈਨੂੰ ਦੱਸੇ ਕਿ ਦੇਖ ਉੱਥੇ ਫਲਾਣੀ ਜਗ੍ਹਾ ਰੋਸ਼ਨੀ ਹੈ, ਤੂੰ ਉਸ ਬੰਨੇ ਬੇਟਾ ਕੰਮ ਕਰ, ਜੇ ਤੇਰੀ ਐਜੂਕੇਸ਼ਨ ਘੱਟ ਵੀ ਹੈ ਗੋ ਟੂ ਦ ਨਾਈਟ ਸਕੂਲ, ਵੀਲ ਡੂ ਸਮਥਿੰਗ, ਵੀਲ ਬ੍ਰਿੰਗ ਯੂ ਅਪ। ਯਾਨੀ ਇਹ ਜਿਹੜਾ ਇੱਕ ਕੌਨਫੀਡੈਂਸ ਹੈ ਨਾ, ਇਹ ਉਤਸ਼ਾਹ ਪੈਦਾ ਕਰਨਾ, ਇਹ ਐਜ਼ ਏ ਪੇਰੈਂਟ ਸਾਡਾ ਕੰਮ ਹੈ, ਐਜ਼ ਏ ਸੁਸਾਇਟੀ ਸਾਡਾ ਕੰਮ ਹੈ, ਜਿਹਦੇ ਵਿੱਚ ਅਸੀਂ ਲੋਕ ਬੜਾ ਲੈਕ ਕਰਨੇ। ਬਿਲਕੁਲ ਸਹੀ ਫਰਮਾਇਆ, ਕਿਉਂਕਿ ਇਸ ਸਮੇਂ ਦੇ ਵਿੱਚ ਜਦੋਂ ਕੋਈ ਇੱਕ ਨੌਜਵਾਨ ਨੂੰ ਕੋਈ ਸਹਾਰਾ ਮਿਲਦਾ ਹੈ ਐਂਡ ਉਹ ਸਮਝਦਾ ਇਹ ਹੈਗਾ ਕਿ ਜਿਹੜਾ ਮੈਨੂੰ ਇੱਕ ਪੂੜੀ ਦੇ ਰਿਹਾ ਜਾਂ ਕੋਈ ਮੇਰਾ ਫਰੈਂਡ ਹੈ, ਲੇਕਿਨ ਅਲਟੀਮੇਟਲੀ ਉਹਨਾਂ ਦਾ ਤਾਂ ਅਲਟੀਰੀਅਰ ਮੋਟਿਵ ਹੈਗਾ ਹੈ ਕਿ ਉਹਨਾਂ ਨੇ ਪਹਿਲਾਂ ਤਾਂ ਤੁਹਾਨੂੰ ਫ੍ਰੀ ਉਹ ਦੇ ਦੇਣੀ ਹੈ, ਲੇਕਿਨ ਬਾਅਦ ਦੇ ਵਿੱਚ ਜੋ ਕੁਝ ਹੁੰਦਾ ਤੁਹਾਨੂੰ ਸਭ ਨੂੰ ਪਤਾ ਹੈਗਾ। ਅਤੇ ਜਿੱਥੇ ਪੇਰੈਂਟਸ ਦੀ ਤੁਸੀਂ ਗੱਲ ਕੀਤੀ, ਅਨਫੋਰਚੂਨੇਟਲੀ ਇਹਦੇ ਬਾਰੇ ਪਹਿਲਾਂ ਵੀ ਤੁਸੀਂ ਡਿਸਕਸ਼ਨ ਇੱਕ ਵਾਰੀ ਕੀਤੀ ਸੀ ਜਦੋਂ ਅਸੀਂ ਐਜੂਕੇਸ਼ਨ ਬਾਰੇ ਕੀਤੀ ਸੀ, ਲੇਕਿਨ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਸਟੈਟਿਸਟਿਕਸ ਆ ਰਹੇ ਨੇ ਉਸ ਦੇ ਹਿਸਾਬ ਨਾਲ ਸਾਡੀ ਆਬਾਦੀ ਤਾਂ ਇਸ ਲੋਅਰ ਮੇਨਲੈਂਡ ਵਿੱਚ ਬਹੁਤ ਵੱਧ ਰਹੀ ਹੈ, ਲੇਕਿਨ ਜਿਹੜੀ ਸਾਡੀ ਇਨਟੇਕ ਇਨਟੂ ਦ ਯੂਨੀਵਰਸਿਟੀ ਹੈ ਉਹ ਹਾਰਡਲੀ ਜੋ ਪਹਿਲੇ ਲੈਵਲ ਸੀ ਉਹਦੇ ਬਰਾਬਰ ਹੀ ਹੈ। ਇਸੇ ਕਰਕੇ ਸਾਡੇ ਇੱਕ ਇੱਥੇ ਡਾਕਟਰ ਬਿਕਰ ਸਿੰਘ ਲਾਲੀ ਹੈਗੇ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸੈਨੇਟਰ, ਉਹ ਦੁਹਾਈ ਪਾਉਂਦੇ ਨੇ ਕਮਿਊਨਿਟੀ ਨੂੰ ਕਿ ਭਾਈ ਆਪਣੇ ਬੱਚਿਆਂ ਨੂੰ ਤੁਸੀਂ ਜੇਕਰ ਜੋ ਵੀ ਕੰਮ ਕਰ ਰਹੇ ਹੋ ਇਹ ਨਾ ਸਮਝੋ ਕਿ ਉਹਦੇ ਵਿੱਚ ਹੀ ਤੁਸੀਂ ਰੱਖੋ ਜਾਂ ਉਹ ਟ੍ਰੈਡੀਸ਼ਨ ਬਣਾ ਲਓ ਉਸ ਘਰ ਵਿੱਚੋਂ, ਬੱਚਿਆਂ ਨੂੰ ਭੇਜੋ ਪੜ੍ਹਨ ਵਾਸਤੇ, ਕਿਉਂਕਿ ਉਸ ਨਾਲ ਤੁਸੀਂ ਨਾ ਸਿਰਫ ਬੱਚੇ ਦੀ ਜ਼ਿੰਦਗੀ ਬਦਲੋਗੇ ਬਲਕਿ ਤੁਹਾਡੀ ਕਮਿਊਨਿਟੀ ਦੀ ਸਾਰੀ ਜਿਹੜਾ ਅਕਸ਼ ਹੈ ਉਹੀ ਬਦਲ ਜਾਏਗਾ। ਐਬਸੋਲੂਟਲੀ। ਇਹਦੇ ਵਿੱਚ ਨਾ ਇੱਕ ਛੋਟੀ ਜਿਹੀ ਚੀਜ਼, ਇਟਸ ਅ ਬਿਊਟੀਫੁਲ ਥਿੰਗ ਵਟ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਡਾਕਟਰ ਸਾਹਿਬ ਨੇ ਜੋ ਕਿਹਾ 100% ਰਾਈਟ ਕਿਹਾ। ਹੁਣ ਇਹਦੇ ਵਿੱਚ ਨਾ ਪੇਰੈਂਟਸ, ਮੈਂ ਅਨਐਜੂਕੇਟਿਡ ਪੇਰੈਂਟ ਹਾਂ, ਮੈਂ ਸਕੂਲ ਬਹੁਤ ਘੱਟ ਗਿਆ ਸੀ, 8ਵੀਂ ਪੜ੍ਹਿਆ 10ਵੀਂ ਪੜ੍ਹਿਆ ਜਾਂ ਮੈਂ ਗਿਆ ਹੀ ਨਹੀਂ। ਮੈਨੂੰ ਇੰਝ ਲੱਗਦਾ ਹੈ ਕਿ ਸ਼ਾਇਦ ਮੈਂ ਕੇਪੇਬਲ ਨਹੀਂ ਹਾਂ ਕਿਸੇ ਗੱਲ ਦੀ। ਮੈਨੂੰ ਚਾਹੀਦਾ ਹੈ ਕਿ ਮੈਂ ਇਹੋ ਜਿਹੇ ਸੈਮੀਨਾਰ, ਇਹੋ ਜਿਹੀਆਂ ਪ੍ਰੋਗਰਾਮਸ ਅਟੈਂਡ ਕਰਾਂ ਜਿਸ 'ਚ ਨਾ ਸਹੀ ਪੜ੍ਹਨ ਲਿਖਣ ਨੂੰ ਮੈਂ ਨਾ ਸਹੀ ਪਰ ਸਮਝ ਤੇ ਰੱਖ ਸਮਝ ਆ ਜਾਏ। ਜਦੋਂ ਮੈਂ ਕਿਸੇ ਨਾਲ ਸਿਆਣੇ ਬੰਦੇ ਨਾਲ ਬੈਠ ਕੇ ਗੱਲ ਸੁਣਾਂਗਾ ਉਹ ਗੱਲ ਮੇਰੇ ਮਨ 'ਚ ਬਹਿ ਜਾਏਗੀ ਔਰ ਉਹ ਗੱਲ ਨੂੰ ਮੈਂ ਪਲਾਂਟ ਕਰਨ ਦੀ ਕੋਸ਼ਿਸ਼ ਕਰਾਂਗਾ ਆਪਣੇ ਬੱਚਿਆਂ ਦੇ ਮਾਈਂਡ ਦੇ ਵਿੱਚ, ਕਿਉਂਕਿ ਮੈਨੂੰ ਨਜ਼ਰ ਆਏਗਾ ਕਿ ਹੋਰਾਈਜ਼ਨ ਜਿਹੜਾ ਅਸਮਾਨ ਹੈ ਉਹ ਬੜਾ ਖੁੱਲ੍ਹਾ ਡੁੱਲਾ ਹੈ। ਜੇ ਮੈਂ ਆਪਣੇ ਬੱਚਿਆਂ ਨੂੰ ਥੋੜ੍ਹਾ ਜਿਹਾ ਉੱਧਰ ਪੁਸ਼ ਕਰ ਸਕਾਂ ਤੇ ਮੈਂ ਸਮਝਦਾ ਹਾਂ ਕਿ ਵੀ ਆਰ ਆਲ ਸਕਸੈਸਫੁਲ। ਔਰ ਬੱਚਿਆਂ ਦੀ ਲਾਈਫ ਨੂੰ ਜੇ ਅਸੀਂ ਸਕਸੈਸਫੁਲ ਬਣਾ ਸਕੇ ਤੇ ਮੈਂ ਸਮਝਦਾ, ਜਿਵੇਂ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਇਸ ਮੁਲਕ 'ਚ ਆ ਕੇ ਕੁਛ ਨਹੀਂ ਕਮਾਇਆ, ਜੇ ਨਿਆਣਿਆਂ ਨੂੰ ਪੜ੍ਹਾ ਲਿਆ, ਉਹਨਾਂ ਨੂੰ ਕਿਸੇ ਕੰਮ ਲਾਤਾ ਤੇ ਅਸੀਂ ਸਮਝੋ ਸਭ ਕੁਛ ਕਮਾਇਆ। ਇਹ ਜਿਹੜੀ ਗੱਲ ਹੈ ਪੰਜਾਬੀ ਦੀ ਹੈ ਤੇ ਬੜੀ ਸਿੰਪਲ ਹੈ, ਪਰ ਇਨ ਡੈਪਥ ਜੇ ਧਿਆਨ ਮਾਰਾਂਗੇ ਤੇ ਬੜੀ ਗਹਿਰਾਈ ਰੱਖਦੀ ਹੈ, ਬੜੀ ਡੂੰਘੀ ਗੱਲ ਹੈ। ਔਰ ਹੁਣ ਉਹ ਬੱਚੇ ਨਾ ਤੇ ਉਹ ਪੁਰਾਣੇ ਟਾਈਮ ਦੇ ਨੇ, ਨਾ ਬੇਟੀਆਂ ਸਾਡੀਆਂ ਉਹ ਪੁਰਾਣੇ ਟਾਈਮ ਦੀਆਂ ਨੇ। ਦੇ ਆਰ ਐਬਸੋਲੂਟਲੀ ਮਾਡਰਨ ਬਿਊਟੀਫੁਲ ਗਰਲਸ, ਬਿਊਟੀਫੁਲ ਵੂਮਨ, ਪਰ ਉਹਦੇ ਨਾਲ ਨਾਲ ਉਹਨਾਂ ਨੂੰ ਉਹ ਸਪੋਰਟ ਦੀ ਲੋੜ ਹੈ ਜਿਸ ਅਸੀਂ ਸਾਰੇ ਉਹਨਾਂ ਨੂੰ ਸਕਸੈਸਫੁਲ ਬਣਾ ਸਕੀਏ। ਐਬਸੋਲੂਟਲੀ ਰਾਈਟ ਜੀ। ਐਂਡ ਇੱਕ ਇਹ ਵੀ ਮਿਥ ਹੈਗਾ ਕਿ ਹਾਇਰ ਐਜੂਕੇਸ਼ਨ ਇਜ਼ ਵੈਰੀ ਐਕਸਪੈਂਸਿਵ। ਕੋਈ ਐਸੀ ਗੱਲ ਨਹੀਂ, ਬੜੇ ਸਾਰੇ ਲੋਨਸ ਮਿਲ ਜਾਂਦੇ ਨੇ ਜਾਂ ਮਾਪਿਆਂ ਨੇ ਤਕਰੀਬਨ ਹਰ ਕਿਸੇ ਨੇ ਉਹ RESPs ਵਗੈਰਾ ਲਈਆਂ ਹੁੰਦੀਆਂ ਨੇ, ਜਾਂ ਈਵਨ ਅਦਰਵਾਈਜ਼ ਆਲਸੋ ਕੋਈ ਇਹ ਨਹੀਂ ਕਿ ਬਹੁਤ ਜ਼ਿਆਦਾ ਤੁਹਾਡੇ 'ਤੇ ਬਰਡਨ ਪੈ ਜਾਏਗਾ। ਇਹ ਜੇ ਤੁਸੀਂ ਪਲਾਨ ਕਰੋ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਸਮਝਾਉਂਦੇ ਹੋ ਤਾਂ ਆਟੋਮੈਟਿਕਲੀ ਤੁਸੀਂ ਉਹਨਾਂ ਨੂੰ ਚੰਗੀ ਐਜੂਕੇਸ਼ਨ। ਦੇਖੋ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਐਜੂਕੇਸ਼ਨ ਬੜੀ ਐਕਸਪੈਂਸਿਵ ਹੈ ਜੀ, ਮੈਂ ਇੱਕ ਬੜੇ ਸ਼ਰਮ ਨਾਲ ਕਹਿਣਾ ਚਾਹੁੰਦਾ ਜਿਸ 'ਚ ਮੈਂ ਵੀ ਇੱਕ ਇੰਡੀਅਨ ਪੇਰੈਂਟ ਹੈ, ਸਾਡੇ ਆਮ ਘਰਾਂ 'ਚ ਜਦੋਂ ਮੇਰੇ ਕੋਲ ਕਲਾਇੰਟ ਆਉਂਦੇ ਹੈ ਮੈਂ ਉਹਨਾਂ ਨੂੰ ਪੁੱਛਣਾ ਤੁਸੀਂ ਡਰਿੰਕ ਕਰਦੇ ਹੋ? ਕਹਿੰਦੇ ਹਾਂਜੀ ਕਰਨੇ ਆ। ਮੈਂ ਕਹਿੰਦਾ ਕਿੰਨਾ ਕੁ ਖਰਚਾ ਹੋਊ? ਉਹ ਜੀ $300-400। ਹੁਣ ਦੇਖੋ ਕਿੱਡੀ $400 ਕਹਿਣ ਲੱਗੇ ਅਸੀਂ 1 ਸਕਿੰਟ ਲਗਾਇਆ, ਪਰ ਜੇ ਅਸੀਂ ਇਸ $400 ਨੂੰ ਕਿਤੇ ਚੰਗੇ ਬੰਨੇ ਲਾਇਆ ਹੋਵੇ, ਮੈਂ ਐਜ਼ ਏ ਫਾਦਰ ਸਮਝਾਂ ਕਿ ਭਾਈ ਮੈਂ ਨਹੀਂ ਸ਼ਰਾਬ ਪੀਣੀ, ਮੈਂ ਇਹ ਖਰਚਾ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਮੇਰੇ ਬੱਚੇ ਜਵਾਨ ਹੋ ਰਹੇ, ਮੈਂ $400 ਮਹੀਨਾ ਉੱਧਰ ਜੋੜਨਾ ਸ਼ੁਰੂ ਕਰਾਂ ਤੇ ਮੇਰੇ ਖਿਆਲ ਇਹ ਜਿਹੜੀਆਂ ਪ੍ਰੋਬਲਮਸ ਅਸੀਂ ਡਿਸਕਸ ਕਰ ਰਹੇ ਹਾਂ ਆਟੋਮੈਟਿਕਲੀ ਸੋਲਵ ਹੋ ਜਾਂਦੀਆਂ। ਐਂਡ ਵੀ ਜਸਟ ਨੀਡ ਟੂ ਫੋਕਸ ਔਨ ਦੈਟ ਐਂਡ ਵੀ ਸ਼ੁੱਡ ਫੀਲ ਪ੍ਰਾਈਡ ਇਨ ਆਰ ਚਿਲਡਰਨ ਆਲਸੋ ਕਿ ਜੇ ਬੱਚੇ ਮੇਰਾ, ਜਿਵੇਂ ਪੁਰਾਣੇ ਕਹਿੰਦੇ ਸੀ ਨਾ, ਮੇਰੀ ਬਿਰਤਰ ਪੱਗ ਨੂੰ ਦਾਗ ਨਾ ਲਾਈ, ਮੇਰਾ ਨਾਂ ਉੱਚਾ ਕਰੀ। ਹੁਣ ਅੱਜ ਦੀ ਡੇਟ 'ਚ ਨਾਂ ਉੱਚਾ ਸਿਰਫ ਇਸ ਕਰਕੇ ਨਹੀਂ ਹੁੰਦਾ ਮੈਂ ਕਿਹੜੇ ਖਾਨਦਾਨ 'ਚ ਜੰਮਿਆ, ਨਾਂ ਉੱਚਾ ਇਸ ਤਰ੍ਹਾਂ ਹੁੰਦਾ ਕਿ ਮੇਰੇ ਬੱਚੇ ਪੜ੍ਹੇ ਲਿਖੇ ਕਿੰਨੇ ਹੈ, ਕਿਹੜੇ ਅਹੁਦਿਆਂ 'ਤੇ ਹੈ ਔਰ ਕਿੱਥੇ ਹੈਗੇ ਨੇ। ਬਿਲਕੁਲ ਸਹੀ ਫਰਮਾਇਆ ਤੁਸੀਂ ਜੀ। ਇਸੀ ਵਿਸ਼ੇ ਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਡਿਸਕਸ਼ਨ ਕਰਾਂਗੇ ਇਹਦੇ ਬਾਰੇ, ਕਿਉਂਕਿ ਇਹ ਬੜਾ ਇੰਪੋਰਟੈਂਟ ਇਸ਼ੂ ਹੈ। ਥੈਂਕ ਯੂ ਵੈਰੀ ਮਚ ਫॉर योर टाइम। ਥੈਂਕ ਯੂ ਸਰ।